ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅੱਜ ਪੰਜਾਬ ਕਾਂਗਰਸ ਭਵਨ ਦੇ ਵਿੱਚ ਬੈਠਕ ਕੀਤੀ ਗਈ ਸੀ। ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਮੰਤਰੀ ਤੇ ਵਿਧਾਇਕ ਜਿਹੜੇ ਨੇ ਉਹ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਗਤੀਵਿਧੀਆਂ ਨੇ ਉਹ ਵਧਾਈਆਂ ਨੇ, ਉਸ ਤੋਂ ਇਹ ਸਾਫ਼ ਤੌਰ ਦੇ ਉੱਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 2022 ਵਾਸਤੇ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਤਾਂ 2022 ਵਾਸਤੇ ਕਿਸ ਤਰੀਕੇ ਦੇ ਨਾਲ ਸਭ ਨੇ ਇਕੱਠਿਆਂ ਹੋ ਕੇ ਮੈਦਾਨ ਦੇ ਵਿੱਚ ਉਤਰਨਾ ਹੈ, ਉਸ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਇਹ ਤਿਆਰੀਆਂ ਜਿਹੜੀਆਂ ਨੇ ਉਹ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਤਾਂ ਪਰ ਵੱਡੀ ਗੱਲ ਇਹ ਹੈਗੀ ਹੈ ਕਿ ਜਿਸ ਤਰੀਕੇ ਦੇ ਨਾਲ ਅੱਜ ਇਹ ਮੀਟਿੰਗ ਵਾਸਤੇ ਸੱਦਾ ਦਿੱਤਾ ਗਿਆ ਸੀ, ਉਸ ਦੇ ਵਿੱਚੋਂ ਕਈ ਮੰਤਰੀ ਜਿਹੜੇ ਨੇ ਉਹ ਗੈਰ ਹਾਜ਼ਰ ਰਹੇ ਨੇ। ਉਹਨਾਂ ਮੰਤਰੀਆਂ ਦੇ ਵੱਲੋਂ ਜਿਹੜਾ ਹੈਗਾ ਆ ਕੇ ਇੱਥੇ ਸ਼ਮੂਲੀਅਤ ਨਹੀਂ ਪਾਈ ਗਈ ਹੈਗੀ। ਤਾਂ ਪ੍ਰਗਟ ਸਿੰਘ ਹੋਣੀ ਮੌਜੂਦ ਨੇ। ਪ੍ਰਗਟ ਜੀ, ਕਿਸ ਮੁੱਦੇ ਦੇ ਉੱਤੇ ਅੱਜ ਖਾਸ ਤੌਰ ਦੇ ਉੱਤੇ ਮੀਟਿੰਗ ਜਿਹੜੀ ਸੀਗੀ ਉਹ ਬੁਲਾਈ ਗਈ ਸੀ? ਇਹ ਬੇਸਿਕਲੀ ਸ਼ਹਿਰੀ ਇਸ਼ੂਜ਼ ਜਿਹੜੇ ਹੈਗੇ ਆ, ਅੱਜ ਜਿੰਨੇ ਵੀ ਅਰਬਨ ਦੇ ਐਮਐਲਏ ਆ ਉਹਨਾਂ ਨੂੰ ਬੁਲਾਇਆ ਗਿਆ ਸੀ ਵੀ ਹਾਂ ਵੀ ਦੱਸੋ ਤੁਹਾਨੂੰ ਕੀ ਬੇਸਿਕ ਇਸ਼ੂਜ਼ ਹੈਗੇ ਆ ਔਰ ਉਹਨੂੰ ਆਪਾਂ ਕਿੱਦਾਂ ਜਲਦੀ ਤੋਂ ਜਲਦੀ ਜਿਹੜਾ ਸੋਲਵ ਕਰਾਈਏ। ਕਿਉਂਕਿ ਜੇਕਰ ਅਸੀਂ ਗੱਲ ਕਰੀਏ ਅਰਬਨ ਵੋਟਰਸ ਦੀ, ਤਾਂ ਇਸੇ ਕਰਕੇ ਹੀ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਵਿਭਾਗ ਸੀ ਲੋਕਲ ਬੋਡੀ ਵਾਲਾ ਉਹ ਗਿਆ ਸੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਅਰਬਨ ਏਰੀਆਜ਼ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੈਗੀ ਉਹ ਨਹੀਂ ਹੋਈ ਸੀ ਤੇ ਇਸ ਕਰਕੇ ਉਹਨਾਂ ਦਾ ਪੋਰਟਫੋਲੀਓ ਚੇਂਜ ਹੋਇਆ ਸੀ। ਤਾਂ ਅੱਜ ਕੀ ਮੁੱਦੇ ਜਿਹੜੇ ਨੇ ਉਹ ਵਿਧਾਇਕਾਂ ਨੇ ਚੱਕੇ? ਨਹੀਂ ਦੇਖੋ, ਬਿਜਲੀ ਦਾ ਹੈਗਾ, ਪ੍ਰਾਪਰਟੀ ਦਾ ਹੈਗਾ, ਜੀਐਸਟੀ ਦਾ ਹੈਗਾ, ਸੋ ਇਦਾਂ ਦੇ 5-4 ਇਸ਼ੂਜ਼ ਹੈਗੇ ਆ ਜਿਹੜੇ ਸ਼ਹਿਰਾਂ ਨਾਲ ਰਿਲੇਟਡ ਹੈਗੇ ਆ। ਸੋ ਇਸ ਕਰਕੇ ਉਹਨਾਂ ਤੇ ਇਸ਼ੂਜ਼ ਤੇ ਬੇਸਿਕਲੀ ਸਰਕਾਰ ਨਾਲ ਕੋਆਰਡੀਨੇਟ ਕਰਕੇ ਕੰਮ ਕਰਾਉਣ ਦੀ ਫਰਦਰ ਜ਼ਰੂਰਤ ਹੈਗੀ ਆ। ਬਹੁਤ ਸਾਰੇ ਮੰਤਰੀ ਗੈਰ ਹਾਜ਼ਰ ਰਹੇ ਹੈਗੇ ਨੇ ਕਿ ਪ੍ਰੋਪਰ ਤਰੀਕੇ ਦੇ ਨਾਲ ਉਹ ਮੈਸੇਜ ਨਹੀਂ ਲੱਗ ਪਾਇਆ ਸੀਗਾ, ਜਾਂ ਕਹਿ ਰਹੇ ਆ ਕਿ ਏਜੰਡਾ ਕਲੀਅਰ ਨਹੀਂ ਸੀਗਾ? ਤੁਸੀਂ ਵੀ ਜਾਂਦੇ ਹੋਏ ਕਹਿ ਰਹੇ ਸੀ ਕਿ ਏਜੰਡਾ ਕਲੀਅਰ ਨਹੀਂ ਹੈਗਾ। ਨਹੀਂ ਇਹੋ ਜੀ ਗੱਲ ਨਹੀਂ ਹੈ। ਮੀਟਿੰਗਸ ਉਹਨਾਂ ਦੀ ਵੀ ਆਪਣੇ ਮਹਿਕਮਿਆਂ ਦੀਆਂ ਵੀ ਸੀ। ਐਕਚੁਅਲੀ ਸਿੱਧੂ ਸਾਹਿਬ ਘੰਟਾ ਕੁ ਲੇਟ ਵੀ ਹੋ ਗਏ, ਜਿਹੜੀ ਗੱਲ ਕਿਉਂਕਿ ਅਲਟੀਮੇਟਲੀ ਕੀ ਹੈਗਾ ਕਿ ਸਾਨੂੰ ਇਹਦੇ ਤੇ ਪੰਕਚੁਅਲਿਟੀ ਵੀ ਲਿਆਉਣੀ ਚਾਹੀਦੀ ਆ ਵੀ ਤਾਂ ਕਿ ਜਿਹੜਾ ਹੈਗਾ, ਕਿਉਂਕਿ ਬਾਕੀ ਮੰਤਰੀਆਂ ਨੇ ਕਈਆਂ ਨੇ ਮੀਟਿੰਗਸ ਆਪਣੇ ਮਹਿਕਮਿਆਂ ਦੀਆਂ ਰੱਖੀਆਂ ਸੀਗੀਆਂ, ਸੋ ਉਹਨੂੰ ਅੱਗੇ ਤੋਂ ਇਦਾਂ ਦੀਆਂ ਜਿਹੜੀਆਂ ਗਲਤੀਆਂ ਨਾ ਹੋਣ ਉਹਨੂੰ ਕੋਆਰਡੀਨੇਟ ਕਰ ਲਿਆ ਜਾਵੇ। 2022 ਵਾਸਤੇ ਹੁਣ ਕੀ ਚਰਚਾਵਾਂ ਅੰਦਰ ਹੋਈਆਂ ਔਰ ਕਿਹੜੇ ਤੁਸੀਂ ਦੱਸਿਆ ਜਿਵੇਂ ਬਿਜਲੀ ਦਾ ਮੁੱਦਾ ਸੀਗਾ, ਹੋਰ ਕਿਹੜੇ ਮੁੱਦੇ ਜਿਹੜੇ ਸ਼ਹਿਰ ਦੇ ਖਾਸ ਕਰਕੇ ਇਸ਼ੂ ਆ, ਕਿਉਂਕਿ ਐਨਓਸੀਜ਼ ਦਾ ਇਸ਼ੂ ਹੈਗਾ, ਪ੍ਰਾਪਰਟੀਆਂ ਦੀ ਰੈਗੂਲਰਾਈਜੇਸ਼ਨ ਦਾ ਇਸ਼ੂ ਹੈਗਾ। ਸੋ ਇਦਾਂ ਦੇ 5-4 ਇਸ਼ੂ ਜਿਹੜੇ ਅਲੱਗ-ਅਲੱਗ ਜਿਹੜੇ ਐਮਐਲਏਜ਼ ਹੈਗੇ ਉਹਨਾਂ ਨੇ ਉਠਾਏ ਹੈਗੇ। ਕੈਪਟਨ ਅਮਰਿੰਦਰ ਸਿੰਘ ਨੇ ਹਾਲਾਂਕਿ ਦਿੱਲੀ ਦੇ ਵਿੱਚ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ ਕਿ ਜੋ ਸਿੱਧੂ ਬਿਆਨਬਾਜ਼ੀਆਂ ਕਰ ਰਹੇ ਨੇ, ਜਿਵੇਂ ਟਵੀਟ ਕਰ ਰਹੇ ਨੇ, ਜਿਸ ਤਰੀਕੇ ਨਾਲ ਹੁਣ ਸਿੱਧੂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਵੀ ਟਵੀਟ ਕੀਤਾ ਗਿਆ, 6 ਟਵੀਟ ਜਿਹੜੇ ਨੇ ਉਹਨਾਂ ਨੇ ਡਰੱਗਸ ਦੇ ਇਸ਼ੂ ਦੇ ਉੱਤੇ ਕੀਤੇ ਨੇ। ਤਾਂ ਲੱਗਦਾ ਹੈ ਕਿ ਇਸ ਦੇ ਨਾਲ ਨੁਕਸਾਨ ਪਾਰਟੀ ਨੂੰ ਹੋਏਗਾ, ਕਿਉਂਕਿ ਕੈਪਟਨ ਨੇ ਇਹ ਨਾਰਾਜ਼ਗੀ ਜਤਾਈ ਹੈ। ਇਹ ਤਾਂ ਤੁਸੀਂ ਸੀਐਮ ਸਾਹਿਬ ਨੂੰ ਪੁੱਛ ਸਕਦੇ ਆ ਜਾਂ ਪ੍ਰਧਾਨ ਸਾਹਿਬ ਨੂੰ ਪੁੱਛ ਸਕਦੇ ਆ। ਮੈਂ ਤੇ ਇਹਦੇ ਤੇ ਕੀ ਲੱਗਦਾ ਕਿ ਸਿੱਧੂ ਦੇ ਇਹਨਾਂ ਟਵੀਟਸ ਦੇ ਨਾਲ ਹੁਣ ਨੁਕਸਾਨ ਹੋ ਸਕਦਾ? ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ, ਉਹ ਤਾਂ ਪ੍ਰਧਾਨ ਸਾਹਿਬ ਨੂੰ ਪੁੱਛੋ ਨਾ, ਉਹ ਨਹੀਂ ਆ ਜਾਣਾ, ਤੁਸੀਂ ਉਹਨਾਂ ਨੂੰ ਪੁੱਛ ਲਿਓ। ਪ੍ਰਧਾਨ ਸਾਹਿਬ ਜਵਾਬ ਨਹੀਂ ਦਿੰਦੇ ਹੈਗੇ ਤਾਂ ਤੁਹਾਨੂੰ ਜਿਹੜਾ ਹੈਗਾ ਸਾਡੇ ਵੱਲੋਂ ਯਾਰ ਮੈਂ ਤਾਂ ਹੁਣ ਆਪਣੀ ਗੱਲ ਦਾ ਜਵਾਬ ਦੇ ਸਕਦਾ। ਤੁਸੀਂ ਐਮਐਲਏ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਕਿ ਪਾਰਟੀ ਨੂੰ ਨੁਕਸਾਨ ਹੋ ਸਕਦਾ? ਦੇਖੋ, ਗੱਲ ਇਹ ਆ ਕਿ ਕੋਆਰਡੀਨੇਟ ਕਰਕੇ ਉਹਦੇ ਰਿਜ਼ਲਟ ਬੈਟਰ ਆਉਣੇ ਚਾਹੀਦੇ ਆ। ਕੈਪਟਨ ਤੇ ਸਿੱਧੂ ਇੱਕ ਫਰੇਮ ਦੇ ਵਿੱਚ ਨਜ਼ਰ ਆ ਰਹੇ ਨੇ ਕਿ ਅਜੇ ਵੀ ਤੁਹਾਨੂੰ ਲੱਗਦਾ ਕਿ ਡਿਫਰੈਂਸਿਸ ਹੈਗੇ ਨੇ ਦੋਨਾਂ ਦੇ? ਯਾਰ ਇਹ ਤਾਂ ਤੁਸੀਂ ਦੱਸ ਸਕਦੇ, ਮੈਂ ਕੌਣ ਇਸ ਫਰੇਮ ਨੂੰ, ਇਹ ਤਾਂ ਤੁਸੀਂ ਦੱਸ ਸਕਦੇ ਆ। ਠੀਕ ਹੈ, ਤਾਂ ਪ੍ਰਗਟ ਸਿੰਘ ਹੋਣੀ ਖਾਸ ਤੌਰ ਦੇ ਉੱਤੇ ਪਹੁੰਚੇ ਨੇ। ਪਰ ਜੋ ਵੱਡੀ ਗੱਲ ਕਹੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਮੀਟਿੰਗ ਰੱਖੀ ਗਈ ਸੀਗੀ, ਇਸ ਦੇ ਵਿੱਚ ਆਪ ਦਾ ਹੀ ਏਜੰਡਾ ਜਿਹੜਾ ਹੈਗਾ ਉਹ ਕਲੀਅਰ ਨਹੀਂ ਸੀਗਾ। ਜਿਸ ਤਰੀਕੇ ਦੇ ਨਾਲ ਅੱਜ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਬੈਠਕ ਬੁਲਾਈ ਗਈ ਸੀ, ਤਾਂ ਇਸ ਦੇ ਵਿੱਚ ਜੋ ਏਜੰਡੇ ਸੀਗੇ ਉਹ ਕਲੀਅਰ ਨਹੀਂ ਸੀ। ਨਵਜੋਤ ਸਿੰਘ ਸਿੱਧੂ ਆਪ ਲੇਟ ਪਹੁੰਚੇ ਨੇ, ਜਿਸ ਕਰਕੇ ਕਈ ਵਿਧਾਇਕ, ਕਈ ਮੰਤਰੀ ਜਿਹੜੇ ਨੇ ਉਹ ਵਾਪਸ ਵੀ ਇੱਥੋਂ ਦੀ ਰਵਾਨਾ ਹੋ ਗਏ। ਤਾਂ ਇਸ ਵੇਲੇ ਤਸਵੀਰਾਂ ਜਿਹੜੀਆਂ ਨੇ ਇਹ ਕਾਂਗਰਸ ਭਵਨ ਦੀਆਂ ਨੇ, ਜਿੱਥੇ ਪ੍ਰਗਟ ਸਿੰਘ ਉਹਨਾਂ ਨੇ ਕਿਹਾ ਕਿ ਕੁਝ ਮੁੱਦੇ ਜਿਹੜੇ ਸੀਗੇ ਉਹ ਅਰਬਨ ਇਲਾਕਿਆਂ ਦੇ ਸੀਗੇ, ਅਰਬਨ ਇਲਾਕਿਆਂ ਨਾਲ ਜੁੜੇ ਹੋਏ ਮੁੱਦੇ ਸੀਗੇ, ਉਸ ਦੇ ਉੱਤੇ ਚਰਚਾ ਜਿਹੜੀ ਹੈਗੀ ਇਹਨਾਂ ਦੇ ਵੱਲੋਂ ਕੀਤੀ ਗਈ ਹੈ। ਪਰ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਖਾਸ ਤੌਰ ਦੇ ਉੱਤੇ ਇੱਥੇ ਅੰਦਰ ਅੱਜ ਬੈਠਕ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਖਾਸ ਤੌਰ ਦੇ ਉੱਤੇ ਅੱਜ ਇੱਥੇ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਪਹੁੰਚੇ ਸੀ। ਸਿਹਤ ਮੰਤਰੀ ਵੀ ਮੀਟਿੰਗ ਦੇ ਵਿੱਚ ਹਿੱਸਾ ਨਾ ਲੈਂਦਿਆਂ ਹੋਇਆਂ ਪਹਿਲਾਂ ਹੀ ਇੱਥੋਂ ਦੀ ਰਵਾਨਾ ਹੋ ਗਏ ਸੀ। ਔਰ ਉੱਥੇ ਹੀ ਗੱਲ ਕਰੀਏ ਭਾਰਤ ਭੂਸ਼ਣ ਆਸ਼ੂ ਦੀ, ਭਾਰਤ ਭੂਸ਼ਣ ਆਸ਼ੂ ਤੇ ਸੁੰਦਰ ਸ਼ਾਮ ਅਰੋੜਾ ਜ਼ਰੂਰ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਨੇ। ਔਰ ਉੱਥੇ ਹੀ ਜੇਕਰ ਅਸੀਂ ਮਿਊਨਿਸਪਲ ਕਾਰਪੋਰੇਸ਼ਨਾਂ ਦੀ ਗੱਲ ਕਰੀਏ ਤਾਂ ਇਸ ਦੇ ਅਧੀਨ ਆਉਂਦੇ ਹੋਰ ਜਿਹੜੇ ਮੰਤਰੀ ਵਿਧਾਇਕ ਹੈਗੇ ਨੇ ਉਹਨਾਂ ਦੇ ਵਿੱਚੋਂ ਨਾਮ ਮਨਪ੍ਰੀਤ ਸਿੰਘ ਬਾਦਲ ਦਾ ਵੀ ਸੀਗਾ, ਪਰ ਉਹ ਅੱਜ ਦੀ ਇਸ ਬੈਠਕ ਦੇ ਵਿੱਚ ਨਹੀਂ ਪਹੁੰਚੇ। ਔਰ ਉੱਥੇ ਹੀ ਖਾਸ ਤੌਰ ਦੇ ਉੱਤੇ ਓਪੀ ਸੋਨੀ ਵੀ ਇਸ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ। ਤਾਂ ਇਹ ਤਸਵੀਰ ਜਿਹੜੀ ਹੈ ਇਸ ਵੇਲੇ ਕਾਂਗਰਸ ਭਵਨ ਦੀ ਹੈ, ਜਿੱਥੇ ਇਹਨਾਂ ਵਿਧਾਇਕਾਂ ਦੀ ਜਿਹੜੀ ਬੈਠਕ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਖਤਮ ਹੋ ਚੁੱਕੀ ਹੈ। ਤਾਂ ਨਵਜੋਤ ਸਿੰਘ ਸਿੱਧੂ ਨਾਲ ਬੈਠਕਾਂ ਕਰਕੇ ਵਿਧਾਇਕ ਜਿਹੜੇ ਨੇ ਉਹ ਬਾਹਰ ਆ ਰਹੇ ਨੇ। ਹਰਜੋਤ ਕਮਲ ਹੋਣੀ ਇੱਥੇ ਪਹੁੰਚੇ ਨੇ। ਹਰਜੋਤ ਜੀ, ਕੀ ਬੈਠਕ ਦੇ ਵਿੱਚ ਖਾਸ ਤੌਰ ਦੇ ਉੱਤੇ ਮੁੱਦੇ ਵਿਚਾਰੇਗੀ? ਗੱਡੀ ਲਿਆਈ ਯਾਰ। ਦੇਖੋ, ਸ਼ਹਿਰੀ ਜਿਹੜਾ ਇਲਾਕਾ ਸੀਗਾ ਉਹਦੇ ਜਿੰਨੇ ਰਿਪਰੈਜ਼ੈਂਟੇਟਿਵ ਸੀਗੇ
ਚਾਹੇ ਉਹਦੇ 'ਚ MLA ਸੀਗੇ, ਚਾਹੇ ਉਹਦੇ ਵਿੱਚ ਜਿਹੜੇ ਮੰਤਰੀ ਸਾਹਿਬਾਨ ਸੀ, ਉਹਨਾਂ ਤੋਂ ਜਿਹੜੇ ਮੇਨ ਸਾਡੇ ਸ਼ਹਿਰ ਦੇ ਵਿੱਚ ਵੱਸਦੀ ਹੈਗੀ ਆ ਬਸੋਂ, ਉਹਨਾਂ ਦੀਆਂ ਮੇਨ ਸਮੱਸਿਆਵਾਂ ਪੁੱਛੀਆਂ ਔਰ ਸਿੱਧੂ ਸਾਹਿਬ ਨੇ ਉਸ ਗੱਲ ਵਾਸਤੇ ਭਰੋਸਾ ਦਿੱਤਾ ਕਿ ਉਹ ਸਾਰੀ ਉਹਦੇ ਨਾਲ ਗੱਲਬਾਤ ਕਰਕੇ ਪ੍ਰਸ਼ਾਸਨ ਨਾਲ ਜਿਹੜੇ ਆਪਣੇ ਮੁੱਖ ਮੰਤਰੀ ਸਾਹਿਬ ਨਾਲ, ਜਿਵੇਂ ਉਹਨੇ ਦੱਸਿਆ ਕਿ ਪਹਿਲਾਂ ਵੀ ਉਹਨਾਂ ਨੇ ਮੀਟਿੰਗਸ ਕੀਤੀਆਂ ਹੈਗੀਆਂ ਔਰ ਹੁਣ ਵੀ ਉਹ ਕਰਕੇ ਜਿਹੜੀਆਂ ਚੀਜ਼ਾਂ ਵਿਧਾਨ ਸਭਾ 'ਚ ਲਿਆਉਣ ਵਾਲੀਆਂ ਹੋਈਆਂ ਉੱਥੇ ਕਰਨਗੇ, ਜਿਹੜੀਆਂ ਐਡਮਿਨਿਸਟ੍ਰੇਟਿਵ ਲੈਵਲ ਦੇ ਉੱਤੇ ਜਾਂ ਉਹਨਾਂ ਦੀ ਆਰਗੇਨਾਈਜੇਸ਼ਨ ਦੇ ਲੈਵਲ ਦੇ ਉੱਤੇ ਕਰਨ ਵਾਲੀਆਂ ਹੈਗੀਆਂ ਉਹ ਸਾਰਾ ਠੀਕ ਕਰਾਂਗੇ ਅਸੀਂ। ਜਿਹੜੇ ਸ਼ਹਿਰੀ ਹੈਗੇ ਆ ਉਹਨਾਂ ਦੀ ਕੋਈ ਵੀ ਸਮੱਸਿਆ ਜਿਹੜੀ ਉਹਦੇ ਹੱਲ ਕਰਨ ਵਾਸਤੇ ਸਾਰੀ ਮੀਟਿੰਗ ਹੈ। ਕਿਹਾ ਜਾ ਰਿਹਾ ਪਟਿਆਲਾ, ਬਠਿੰਡਾ ਔਰ ਅੰਮ੍ਰਿਤਸਰ ਦੇ ਵੀ ਜਿਹੜੇ ਮੰਤਰੀ ਹੈ, ਵਿਧਾਇਕ ਹੈ, ਉਹਨਾਂ ਨੂੰ ਸੱਦਿਆ ਗਿਆ ਸੀ ਲੇਕਿਨ ਉਹ ਗੈਰ ਹਾਜ਼ਰ ਰਹੇ ਨੇ। ਦੇਖੋ, ਤੁਸੀਂ ਜਿਹੜੀ ਗੱਲ ਪੁੱਛਣੀ ਚਾਹੁੰਦੇ ਹੋ ਮੈਂ ਤੁਹਾਨੂੰ ਉਹ ਦੱਸ ਦਵਾਂ। ਮੁੱਖ ਮੰਤਰੀ ਦਾ ਇੱਕ ਆਪਣਾ ਪ੍ਰੋਟੋਕਾਲ ਹੁੰਦਾ, ਉਹ ਇਕੱਲੇ MLA ਨਹੀਂ, ਉਹ ਮੁੱਖ ਮੰਤਰੀ ਆ। ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਮੈਂ ਸਿੱਧੀ ਉਸ ਗੱਲ ਤੇ ਕਰਾਂ, ਉਹ ਇੱਕ ਮੁੱਖ ਮੰਤਰੀ ਵੀ ਹੈਗੇ ਆ। ਬਾਕੀ ਜਿੰਨੇ ਉਹਨਾਂ ਨੇ ਇੱਕ ਬੁਲਾਇਆ ਸੀਗਾ ਔਰ ਉਹਦੇ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਕੋਈ ਵਿਹਲਾ ਹੋਵੇ ਤੇ ਉਹ ਆ ਜਾਵੇ। ਜਿਹੜੀ ਇਹ ਮੀਟਿੰਗਸ ਦਾ ਹੈ ਕਿ ਉਹ ਤਾਂ ਆਰਗੇਨਾਈਜੇਸ਼ਨ ਦੇ ਦਫ਼ਤਰ ਦੇ ਵਿੱਚ ਫਿਰ ਵੀ ਕਦੇ ਵੀ ਹੋ ਸਕਦੀਆਂ ਔਰ ਸਿੱਧੂ ਸਾਹਿਬ ਨੇ ਅੱਜ ਵੀ ਦੱਸਿਆ ਕਿ ਉਹਨਾਂ ਦੀਆਂ ਪਹਿਲਾਂ ਵੀ ਮੁੱਖ ਮੰਤਰੀ ਨਾਲ ਇਹਨਾਂ ਟੌਪਿਕਸ ਨੂੰ ਲੈ ਕੇ 2 ਮੀਟਿੰਗਸ ਹੋ ਗਈਆਂ ਔਰ ਅੱਜ ਵੀ ਜਿਹੜੇ ਉਹਨਾਂ ਨੇ ਪੁਆਇੰਟ ਰਾਈਟ ਡਾਊਨ ਕੀਤੇ ਨੇ ਉਹਦੀ ਚਾਹੇ ਐਡਮਿਨਿਸਟ੍ਰੇਟਿਵ ਤੌਰ ਦੇ ਉੱਤੇ ਮੁੱਖ ਮੰਤਰੀ ਸਾਹਿਬ ਨਾਲ ਜਾਂ ਜਿਹਦੇ ਨਾਲ ਵੀ ਗੱਲ ਕਰਨੀ ਪਵੇ ਉਹ ਡਿਸਕਸ ਕਰਕੇ ਉਹਦੇ ਤੇ ਗੱਲ ਕਰਨੀ। ਬਿਜਲੀ ਦਾ ਮੁੱਦਾ ਜਿਸ ਤਰੀਕੇ ਨਾਲ ਗਰਮਾਇਆ ਹੋਇਆ ਤਾਂ ਉਸ ਨੂੰ ਲੈ ਕੇ ਚਰਚਾ ਹੋਈ ਹੈ ਕਿ ਵਿਧਾਨ ਸਭਾ ਦੇ ਵਿੱਚ ਉਸ ਦੇ ਖਿਲਾਫ ਕੋਈ ਮਤਾ ਜਿਹੜਾ ਹੈਗਾ ਲੈ ਕੇ ਆਇਆ ਜਾ ਸਕਦਾ। ਦੇਖੋ, ਇਹ ਉਹਨੂੰ ਕਰਨਾ ਕੀ ਹੈਗਾ, ਦੈਟ ਇਜ਼ ਅਪ ਟੂ ਨਵਜੋਤ ਸਿੱਧੂ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ PPCC ਤੇ ਉਹਨਾਂ ਦੇ ਨਾਲ ਜਿਹੜੇ ਕੱਲ ਆਪਣੇ ਨਾਗਰਾ ਸਾਹਿਬ ਬੈਠੇ ਸੀਗੇ ਔਰ ਗੋਇਲ ਸਾਹਿਬ ਬੈਠੇ ਸੀਗੇ, ਇਹ ਉਹ ਬਾਅਦ ਚ ਡਿਸਾਈਡ ਕਰਨਗੇ। ਸਾਡੇ ਤੋਂ ਤਾਂ ਉਹਨਾਂ ਨੇ ਮੁਸ਼ਕਲਾਂ ਪੁੱਛੀਆਂ ਕਿ ਸ਼ਹਿਰੀਆਂ ਦੀਆਂ ਜਿਹੜੀਆਂ ਮੇਨ ਮੁਸ਼ਕਲਸ ਆ ਉਹਨਾਂ ਨੂੰ ਤੁਸੀਂ ਦੱਸੋ, ਡਿਸਕਸ ਕਰੋ। ਇਹ ਕਿਹਾ ਜਾ ਰਿਹਾ ਕਿ ਲਾਮਬੰਦੀ ਕਰ ਦਿੱਤੀ ਗਈ ਹੈ ਵਿਧਾਇਕਾਂ ਦੀ ਕਿ ਅਗਰ ਸਰਕਾਰ ਜਾਂ ਮੁੱਖ ਮੰਤਰੀ ਬਿਜਲੀ ਦੇ ਪੁਰਾਣੇ ਸਮਝੌਤਿਆਂ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਮਤਾ ਨਹੀਂ ਲੈ ਕੇ ਆਉਂਦੇ ਕਿ ਇਹਨਾਂ ਨੂੰ ਰੱਦ ਕੀਤਾ ਜਾਏ ਤੇ ਫਿਰ ਵਿਧਾਇਕ ਜਿਹੜੇ ਨੇ ਉਹ ਆਪਣੇ ਲੈਵਲ ਤੇ ਇਕੱਠੇ ਹੋ ਕੇ ਇੱਕ ਮਤਾ ਲੈ ਕੇ ਆਣਗੇ। ਦੇਖੋ ਅਸੀਂ ਸਰਕਾਰ ਦੇ ਵਿਧਾਇਕ ਹੈਗੇ ਆ, ਸਰਕਾਰ ਸਾਡੇ ਅਸੀਂ ਪਾਰਟ ਆਫ ਦਾ ਗਵਰਨਮੈਂਟ ਹੈਗੇ ਆ, ਠੀਕ ਆ। ਉਹਦੇ ਨਾਲ ਨਾਲ ਅਸੀਂ ਇੱਕ ਆਰਗੇਨਾਈਜੇਸ਼ਨ, ਮੇਰੇ ਵਰਗੇ ਨਿਮਾਣੇ ਨੂੰ ਕਾਂਗਰਸ ਨੇ ਟਿਕਟ ਦਿੱਤੀ ਔਰ ਪਰਮਾਤਮਾ ਦੀ ਕਿਰਪਾ ਨਾਲ ਲੋਕਾਂ ਨੇ ਜਿਤਾ ਦਿੱਤਾ ਔਰ ਮੇਰਾ ਜਿਹੜਾ ਮੁੱਢਲਾ ਫਰਜ਼ ਬਣਦਾ, ਮੈਂ ਜਿਸ ਪਾਰਟੀ ਤੋਂ ਜਿਸ ਆਰਗੇਨਾਈਜੇਸ਼ਨ ਤੋਂ ਟਿਕਟ ਲੈ ਕੇ ਮੈਂ ਇੱਥੇ ਤੱਕ ਪਹੁੰਚਿਆ, ਉਹਦੇ ਜਿਹੜਾ ਵੀ ਪ੍ਰੋਟੋਕਾਲ ਉਹਨਾਂ ਦਾ ਹੋਊਗਾ ਉਹਨੂੰ ਪਾਰਟੀ ਨੂੰ ਮੈਂ ਆਈ ਹੈਵ ਟੂ ਫੋਲੋ। ਸੋ ਇਹਦੇ ਤੇ ਜੇ ਕੋਈ ਇੱਥੋਂ PPCC ਤੋਂ ਨਿਰਦੇਸ਼ ਜਾਰੀ ਹੁੰਦਾ ਤਾਂ ਆਈ ਹੈਵ ਟੂ ਫੋਲੋ ਦੈਟ। ਪਰ ਇਹਦੇ ਵਿੱਚ ਕੋਈ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੀ ਕੰਟਰੋਵਰਸੀ ਬਣੂਗੀ। ਸਰਕਾਰ ਕਿਹਦੀ ਹੈਗੀ ਹੈ? ਕਾਂਗਰਸ ਦੀ ਸਰਕਾਰ ਹੈ, ਸਾਡੇ ਹੀ ਮੁੱਖ ਮੰਤਰੀ ਹੈ, ਸਾਡੇ ਹੀ ਸਾਰੇ ਵਿਧਾਇਕ ਹੈਗੇ ਆ। ਜ਼ਰੂਰ ਇਹਨੂੰ ਕੋਈ ਮਿਲ ਬਹਿ ਕੇ ਨਵਜੋਤ ਸਿੱਧੂ ਜੀ ਔਰ ਮੁੱਖ ਮੰਤਰੀ ਸਾਹਿਬ ਹੱਲ ਕੱਢਣਗੇ। ਦੋਨਾਂ ਦੇ ਵਿੱਚ ਤਾਲਮੇਲ ਨਜ਼ਰ ਨਹੀਂ ਆ ਰਿਹਾ ਹੈਗਾ ਹਾਈ ਕਮਾਂਡ ਨਾਲ। ਜਿਸ ਤਰੀਕੇ ਨਾਲ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਈ ਹੈ, ਹਰੀਸ਼ ਰਾਵਤ ਦੀ ਵੀ ਡਿਊਟੀ ਲਾਈ ਹੈਗੀ ਹੈ, ਕੈਪਟਨ ਸਾਹਿਬ ਨੇ ਨਾਰਾਜ਼ਗੀ ਵੀ ਜਤਾਈ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ਦੇ ਉੱਤੇ ਜਿਸ ਤਰੀਕੇ ਨਾਲ ਸਵਾਲ ਖੜੇ ਕਰ ਰਹੇ ਨੇ, ਇਸ ਨਾਲ ਨੁਕਸਾਨ ਪਾਰਟੀ ਨੂੰ ਹੀ ਹੋਣਾ ਹੈ। ਔਰ ਪ੍ਰਗਟ ਸਿੰਘ ਉਹਨਾਂ ਨੇ ਵੀ ਕਿਹਾ ਕਿ ਪਾਰਟੀ ਦਾ ਡੈਕੋਰਮ ਹੁੰਦਾ, ਮੁੱਖ ਮੰਤਰੀ ਨੂੰ ਆਉਣਾ ਚਾਹੀਦਾ। ਇਹ ਪ੍ਰਗਟ ਸਿੰਘ ਹੁਣੀ ਮੇਰੇ ਤੋਂ ਬੜੇ ਸੀਨੀਅਰ ਵਿਧਾਇਕ ਨੇ, ਜੋ ਉਹਨਾਂ ਨੇ ਕਿਹਾ ਉਹਨਾਂ ਨੂੰ ਪਤਾ ਹੋਣਾ। ਪਰ ਮੈਂ ਐਂ ਸਮਝਦਾ ਕਿ ਹਰੇਕ ਬੰਦੇ ਦਾ ਇੱਕ ਆਪਣਾ ਆਪਣਾ ਦਾਇਰਾ ਹੁੰਦਾ, ਇੱਕ ਆਪਣਾ ਕੰਮ ਹੁੰਦਾ ਔਰ ਉਹਦੇ ਵਿੱਚ ਜੇ ਮੀਟਿੰਗ ਬਤੌਰ ਵਿਧਾਇਕ ਬੁਲਾਈ ਸੀ ਤਾਂ ਬਤੌਰ ਵਿਧਾਇਕ ਹੋਣ ਦੇ ਨਾਲ ਨਾਲ ਉਹ ਇੱਕ ਬਤੌਰ ਮੁੱਖ ਮੰਤਰੀ ਵੀ ਕੰਮ ਕਰ ਰਹੇ ਨੇ। ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਜਿਸ ਵੇਲੇ ਦਾ ਮੀਟਿੰਗ ਦਾ ਟਾਈਮ ਦਿੱਤਾ ਗਿਆ, ਮੈਨੂੰ ਵੀ ਪੁੱਛ ਕੇ ਤਾਂ ਦਿੱਤਾ ਨਹੀਂ ਗਿਆ ਸੀ ਟਾਈਮ, ਸਾਨੂੰ ਇੱਕ ਆਦੇਸ਼ ਆ ਗਿਆ ਕਿ ਇੰਨੇ ਵਜੇ ਮੀਟਿੰਗ ਹੈ। ਸੋ ਮੈਂ ਫ੍ਰੀ ਸੀ, ਮੈਂ ਆ ਗਿਆ। ਹੋ ਸਕਦਾ ਮੇਰਾ ਕੋਈ ਹੋਰ ਕਲੀਗ ਨਾ ਫ੍ਰੀ ਹੋਵੇ। ਏਜੰਡਾ ਕੋਈ ਨਹੀਂ ਸੀ, ਏਜੰਡਾ ਨਹੀਂ ਸੀਗਾ ਮੀਟਿੰਗ ਦਾ। ਏਜੰਡਾ ਦੱਸਿਆ ਗਿਆ ਸੀਗਾ ਸਾਨੂੰ। ਇਹਦੇ 'ਚ ਮੁੱਖ ਗੱਲ ਇਹੀ ਦੱਸੀ ਗਈ ਸੀ ਕਿ ਜਿਹੜੇ ਸ਼ਹਿਰੀ ਹਲਕੇ ਹੈਗੇ, ਕਾਰਪੋਰੇਸ਼ਨਸ ਹੈਗੀਆਂ, ਉਹਨਾਂ ਦੇ MLAs ਨੂੰ ਬੁਲਾਇਆ ਹੈਗਾ ਤਾਂ ਨੈਚੁਰਲੀ ਜੇ ਉਹਨਾਂ ਨੂੰ ਬੁਲਾਇਆ ਤਾਂ ਉਹਨਾਂ ਦੇ ਕਾਰਪੋਰੇਸ਼ਨ ਜਾਂ ਸ਼ਹਿਰੀ ਹਲਕੇ ਤੇ ਸ਼ਹਿਰੀਆਂ ਬਾਰੇ ਡਿਸਕਸ਼ਨ ਹੋਊਗੀ। MLA ਸਾਹਿਬ ਇਹ ਵੀ ਕਿਹਾ ਜਾ ਰਿਹਾ ਕਿ ਕੁਝ ਇੱਕ ਮੰਤਰੀ ਵਿਧਾਇਕ ਜਿਹੜੇ ਨੇ ਇਸ ਵਕਤ ਵੀ ਦਿੱਲੀ ਦੇ ਵਿੱਚ ਡੇਰਾ ਲਾ ਕੇ ਬੈਠੇ ਨੇ, ਪਾਰਟੀ ਆਲਾ ਕਮਾਨ ਤੋਂ ਸਮਾਂ ਮੰਗ ਰਹੇ ਨੇ ਸਰਕਾਰ ਦੀਆਂ ਨੀਤੀਆਂ ਔਰ ਪਾਲਿਸੀਆਂ ਨੂੰ। ਮੈਨੂੰ ਇਹਦੇ ਬਾਰੇ ਕੋਈ ਇਲਮ ਨਹੀਂ ਹੈਗਾ। ਮੇਰੀ ਕੋਈ ਗੱਲ ਵੀ ਨਹੀਂ ਹੋਈ ਤੇ ਕੋਈ ਮੁਲਾਕਾਤ ਵੀ ਉਹਨਾਂ ਨਾਲ ਨਹੀਂ ਹੋਈ। ਜੇ ਕੋਈ ਗਏ ਹੋਣਗੇ ਤਾਂ ਅਸੀਂ ਸਾਰੇ ਜਾਂਦੇ ਰਹਿੰਦੇ ਹਾਂ। ਮੈਂ ਵੀ ਪਿੱਛੇ ਜੇ 3 ਦਿਨ ਦਿੱਲੀ ਲਾ ਕੇ ਆਇਆ ਆਪਣੇ ਨਿੱਜੀ ਕੰਮ ਲਈ। ਇੱਥੋਂ ਜੇ ਤੁਸੀਂ ਇਹ ਕਹਿ ਦਿਓ ਕਿ ਮੈਂ ਸੋਨੀਆ ਗਾਂਧੀ ਨੂੰ ਜਾਂ ਕਿਸੇ ਦੀ ਸ਼ਿਕਾਇਤ ਲਾਉਣ ਗਿਆ ਹੋਣਾ, ਇੱਦਾਂ ਦੀ ਕੋਈ ਗੱਲ ਨਹੀਂ। ਪਰ ਪ੍ਰੋਟੋਕਾਲ ਦੇ ਵਿੱਚ ਆਉਂਦਾ ਆ ਕਿ ਜਿੰਨੇ ਵੀ ਅਸੀਂ ਕਾਂਗਰਸਮੈਨ ਹੈਗੇ ਆ, ਅਸੀਂ ਆਪਣੇ ਹੈੱਡ ਨੂੰ ਮਿਲ ਸਕਦੇ ਹਾਂ, ਜਾਂਦੇ ਆਉਂਦੇ ਰਹਿੰਦੇ ਹੈਗੇ, ਕੋਈ ਏਡੀ ਗੱਲ ਨਹੀਂ। ਸੋ ਨਾਈਸ, ਧੰਨਵਾਦ, ਥੈਂਕ ਯੂ। ਹਰਜੋਤ ਕਮਲ ਉਹਨਾਂ ਨੇ
ਗੱਲਬਾਤ ਦੱਸੀ ਕਿ ਕਿਸ ਤਰੀਕੇ ਦੇ ਨਾਲ ਅੰਦਰ ਅੱਜ ਬੈਠਕ ਹੋਈ ਹੈਗੀ ਹੈ ਔਰ ਸ਼ਹਿਰੀ ਜਿਹੜੇ ਮੁੱਦੇ ਨੇ ਉਹ ਖਾਸ ਤੌਰ ਦੇ ਉੱਤੇ ਵਿਚਾਰੇ ਗਏ ਨੇ। ਪਰ ਜੇਕਰ ਅਸੀਂ ਗੱਲ ਕਰੀਏ ਇਸ ਬੈਠਕ ਦੀ ਤਾਂ ਇਹੀ ਕਿਹਾ ਜਾ ਰਿਹਾ ਕਿ ਬਿਨਾਂ ਏਜੰਡੇ ਤੋਂ ਜਿਹੜੀ ਹੈ ਇਹ ਬੈਠਕ ਰੱਖੀ ਗਈ ਸੀ ਔਰ ਇੱਕ ਤਰੀਕੇ ਦੇ ਨਾਲ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਹ ਬੈਠਕ ਫਲॉप ਜਿਹੜੀ ਹੈ ਉਹ ਜ਼ਿਆਦਾ ਸਾਬਿਤ ਹੋਈ ਹੈ ਕਿਉਂਕਿ 13 ਮਿਊਨਿਸਪਲ ਕਾਰਪੋਰੇਸ਼ਨਾਂ ਦੇ ਵਾਸਤੇ ਜਿਹੜਾ ਸੀਗਾ ਇਹ ਬੈਠਕ ਬੁਲਾਈ ਗਈ ਸੀ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਜੇਕਰ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਸੀਗੇ ਉਹੀ ਇਸ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਔਰ ਕਾਂਗਰਸ ਪ੍ਰਧਾਨ ਜਿਹੜੇ ਨਵਜੋਤ ਸਿੰਘ ਸਿੱਧੂ ਹੈਗੇ ਨੇ ਉਹ ਆਪ ਖੁਦ ਇਸ ਮੀਟਿੰਗ ਦੇ ਵਿੱਚ ਘੰਟਾ ਲੇਟ ਆਏ, ਜਿਸ ਦੇ ਕਾਰਨ ਕਈ ਮੰਤਰੀ ਜਿਹੜੇ ਨੇ ਉਹ ਸਿਰਫ ਆਪਣੀ ਸ਼ਕਲ ਦਿਖਾ ਕੇ ਹੀ ਇੱਥੋਂ ਦੀ ਵਾਪਸ ਚਲੇ ਗਏ। ਤਾਂ 6 ਕੈਬਨਿਟ ਮੰਤਰੀਆਂ ਦੇ ਵਿੱਚੋਂ 3 ਕੈਬਨਿਟ ਮੰਤਰੀ ਜਿਹੜੇ ਨੇ ਉਹ ਭਾਗ ਲੈਣ ਦੇ ਵਿੱਚ ਤਾਂ ਜ਼ਰੂਰ ਪਹੁੰਚੇ, ਪਰ ਜਿਹੜੇ 3 ਕੈਬਨਿਟ ਮੰਤਰੀ ਨੇ ਉਹ ਇਸ ਮੀਟਿੰਗ ਦੇ ਵਿੱਚੋਂ ਗੈਰ ਹਾਜ਼ਰ ਹੀ ਰਹੇ। ਔਰ ਖਾਸ ਤੌਰ ਦੇ ਉੱਤੇ ਜੇਕਰ ਗੱਲ ਕਰੀਏ ਤਾਂ ਇਸ ਮੀਟਿੰਗ ਦੇ ਵਿੱਚ ਏਜੰਡਾ ਕੀ ਰੱਖਿਆ ਜਾਣਾ ਸੀਗਾ ਉਸ ਦੇ ਉੱਤੇ ਵੀ ਕੋਈ ਖੁੱਲ੍ਹ ਕੇ ਗੱਲਬਾਤ ਜਿਹੜੀ ਹੈਗੀ ਹੈ ਉਹ ਪਹਿਲਾਂ ਤੋਂ ਨਹੀਂ ਹੋਈ ਸੀ। ਤਾਂ ਇੱਕ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਹਰ ਰੋਜ਼ ਆਪਣੇ ਵਿਧਾਇਕਾਂ ਦੇ ਨਾਲ ਆਪਣੇ ਲੀਡਰਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ, ਪਰ ਅੱਜ ਦੀ ਮੀਟਿੰਗ ਜਿਹੜੀ ਹੈਗੀ ਆ ਉਹ ਇੱਕ ਤਰੀਕੇ ਨਾਲ ਫਲॉप ਦੱਸੀ ਜਾ ਰਹੀ ਹੈ। ਤਾਂ ਲਗਾਤਾਰ ਵਿਧਾਇਕ ਔਰ ਮੰਤਰੀ ਜਿਹੜੇ ਨੇ ਬਾਹਰ ਆ ਰਹੇ ਨੇ ਔਰ ਮੀਟਿੰਗ ਦੇ ਵਿੱਚ ਕੀ ਕੁਝ ਗੱਲਾਂ ਹੋਈਆਂ ਨੇ ਉਹ ਸਾਂਝੀਆਂ ਕਰ ਰਹੇ ਨੇ। ਤਾਂ ਅਸ਼ਵਨੀ ਸੇਖੜੀ ਹੋਣੀ ਇਸ ਵੇਲੇ ਬਾਹਰ ਆ ਰਹੇ ਨੇ। ਸਰ, ਕੀ ਗੱਲਬਾਤ ਜਿਹੜੀ ਹੈਗੀ ਆ ਅੱਜ ਅੰਦਰ ਨਵਜੋਤ ਸਿੰਘ ਸਿੱਧੂ ਨਾਲ ਹੋਈ ਹੈਗੀ ਹੈ, ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ? ਸ਼ਹਿਰੀ ਮੁੱਦਿਆਂ 'ਤੇ ਚਰਚਾ ਹੋਈ ਹੈ। ਜਿਹੜੀ OTS ਪਾਲਿਸੀ ਹੈ ਉਹਨੂੰ ਐਕਸਟੈਂਡ ਕਰਨ ਲਈ ਰਿਕੁਐਸਟ ਕੀਤੀ ਗਈ ਹੈ। ਸ਼ਹਿਰ ਦੇ ਜਿਹੜੇ ਲੋਕਾਂ ਦੇ 200 ਯੂਨਿਟ ਮਾਫ ਹੈ, ਉਹ 200 ਯੂਨਿਟ ਜਿਹੜੇ ਸਾਰੇ ਸ਼ਹਿਰੀਆਂ ਨੂੰ ਮਾਫ ਹੋਣੇ ਚਾਹੀਦੇ, ਇਹ ਚਰਚਾ ਹੋਈ ਹੈ। ਬਿਜਲੀ ਦੇ ਰੇਟ ਘਟਾਣੇ, ਬਿਜਲੀ ਦਾ ਰੇਟ ਜਿਹੜਾ ਵਾ ਇਹ 3 ਰੁਪਏ ਸਾਰੇ ਹੀ MLA ਨੇ ਕਿਹਾ 3 ਰੁਪਏ ਰੇਟ ਜਿਹੜਾ ਵਾ ਘਰਾਂ ਦਾ ਹੋਣਾ ਚਾਹੀਦਾ। ਕਿਵੇਂ ਹੋਏਗਾ ਜਦ ਤੱਕ ਇਹ ਸਮਝੌਤੇ ਰੱਦ ਨਹੀਂ ਹੋਣਗੇ ਤਾਂ ਕਿਵੇਂ ਬਿਜਲੀ ਦਾ ਰੇਟ ਜਿਹੜਾ ਹੈਗਾ ਘਟਾਇਆ ਜਾ ਸਕਦਾ ਹੈਗਾ? ਤਾਂ ਕੀ ਹੁਣ ਇਸ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਹੈਗਾ ਇਹ ਸਮਝੌਤੇ ਰੱਦ ਕਰਾਉਣ ਦੀ ਮੰਗ ਰੱਖੀ ਗਈ? ਸਰਕਾਰ ਕੁਝ ਵੀ ਕਰ ਸਕਦੀ ਹੈ। ਸਰਕਾਰ ਅਗਰ ਇੰਡਸਟਰੀਅਲਿਸਟਾਂ ਨੂੰ 5 ਰੁਪਏ ਬੱਤੀ ਦੇ ਸਕਦੀ ਹੈ, ਸਰਕਾਰ ਅਗਰ ਕਿਸਾਨਾਂ ਨੂੰ ਪਿਛਲੇ 21 ਸਾਲ ਤੋਂ ਬੱਤੀ ਫ੍ਰੀ ਦੇ ਸਕਦੀ ਹੈ, ਤੇ ਸ਼ਹਿਰੀ ਲੋਕ ਔਰ ਸਾਰੇ ਪੰਜਾਬ 'ਚ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਬੱਤੀ ਵੀ ਘਟਾ ਕੇ 3 ਰੁਪਏ ਕਰ ਸਕਦੀ ਹੈ। ਗਵਰਨਮੈਂਟ ਚਾਹਵੇ ਸਭ ਕੁਝ ਹੋ ਸਕਦਾ। ਪਰ ਕਹਿੰਦੇ ਕਿ 4.5 ਸਾਲਾਂ ਦੇ ਵਿੱਚ ਨਹੀਂ ਹੋਇਆ ਤਾਂ ਹੁਣ ਅਖੀਰਲੇ ਜਿਹੜੇ 6 ਮਹੀਨੇ ਰਹਿ ਗਏ ਇਹਨਾਂ ਦੇ ਵਿੱਚ ਕਿਵੇਂ ਹੋ ਜਾਊਗਾ? ਕਿਉਂਕਿ ਗੱਲਬਾਤ ਤਾਂ ਹੋ ਰਹੀ ਹੈਗੀ ਜ਼ਰੂਰ ਕਿ ਇਹਨਾਂ ਨੂੰ ਵਿਚਾਰਿਆ ਜਾਊਗਾ, ਪਰ ਲੱਗਦਾ ਕਿ ਟੈਕਨੀਕਲੀ ਪਾਸਿਓਂ ਇਹ ਚੀਜ਼ਾਂ ਪੋਸੀਬਲ ਹੈਗੀਆਂ। ਸਭ ਤੋਂ ਵੱਡੀ ਗੱਲ ਇਹ ਆ ਕਿ ਮੁੱਦਾ ਬੱਤੀ ਦਾ ਜਿਹੜਾ ਕਿ ਸ਼ਹਿਰੀਆਂ ਨੂੰ ਔਰ ਸਾਰੇ ਪੰਜਾਬ ਦੇ ਘਰਾਂ ਨੂੰ ਡਿਸਟਰਬ ਕਰ ਰਿਹਾ, ਉਹ ਮੁੱਦਾ ਡਿਸਕਸ ਸ਼ੁਰੂ ਹੋ ਗਿਆ। ਪ੍ਰਧਾਨ ਸਾਹਿਬ ਨੇ ਔਰ ਸਾਰੇ ਮਿਨਿਸਟਰ MLA ਜਿਹੜੇ ਸਾਡੇ ਕਾਰਪੋਰੇਸ਼ਨ ਦੇ ਸੀਗੇ ਇੱਥੇ ਆਏ, ਉਹਨਾਂ ਨੇ ਇਸ ਮੁੱਦੇ ਨੂੰ ਐਂਡੋਰਸ ਕੀਤਾ। ਮੁੱਦਾ ਜਦੋਂ ਡਿਸਕਸ ਹੁੰਦਾ ਹੈ ਤਾਂ ਫਿਰ ਇਸ਼ੂ ਬਣ ਕੇ ਫਿਰ ਸਰਕਾਰ ਉੱਤੇ ਗੌਰ ਕਰਦੀ ਹੈ, ਸਰਕਾਰ ਨੂੰ ਕਰਨਾ ਪਏਗਾ ਜੀ। ਕੈਪਟਨ ਸਾਹਿਬ ਆਪ ਨਹੀਂ ਪਹੁੰਚੇ, ਨਾਲ ਹੋਰ ਮੰਤਰੀ ਵੀ ਮਨਪ੍ਰੀਤ ਸਿੰਘ ਬਾਦਲ, OP ਸੋਨੀ, ਇਹ ਵੀ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਵਾਸਤੇ ਨਹੀਂ। ਇਹ ਸਾਰੀਆਂ ਮੀਟਿੰਗਾਂ ਕੈਪਟਨ ਸਾਹਿਬ ਦੇ ਨਿਰਦੇਸ਼ ਹੇਠਾਂ ਔਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਹੁਕਮਾਂ ਦੇ ਮੁਤਾਬਕ ਹੋ ਰਹੀਆਂ। ਕਾਂਗਰਸੀ ਸਾਰੇ ਜਿਹੜੇ ਆ ਪਾਰਟੀ ਨਾਲ ਔਰ ਸਰਕਾਰ ਨਾਲ ਜੁੜੇ ਨੇ, ਅਸੀਂ ਸਾਰੇ ਮਿਲ ਜੁਲ ਕੇ ਕੰਮ ਕਰ ਰਹੇ ਹਾਂ। ਤਾਂ ਕੀ ਇਹ ਚਰਚਾ ਹੋ ਗਈ ਹੈਗੀ ਹੈ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ ਉਹ ਮਤਾ ਬਿਜਲੀ ਦੇ ਮੁੱਦੇ ਨੂੰ ਲੈ ਕੇ ਆਉਂਦਾ ਜਾਏਗਾ? ਭਾਜੀ, ਅੱਜ ਪ੍ਰਦੇਸ਼ ਕਾਂਗਰਸ 'ਚ ਪਹਿਲੀ ਵਾਰੀ ਇਹ ਮੁੱਦਾ ਜਿਹੜਾ ਵਾ ਇਹ ਡਿਸਕਸ ਹੋਇਆ। ਪ੍ਰਧਾਨ ਸਾਹਿਬ ਨੇ ਔਰ ਸਾਰੇ MLA ਨੇ ਯੂਨੈਨਿਮਸਲੀ ਇਹਦੀ ਮੰਗ ਰੱਖੀ ਆ ਕਿ 3 ਰੁਪਏ ਜਿਹੜਾ ਯੂਨਿਟ ਹੋਣਾ ਚਾਹੀਦਾ, ਤਾਂ ਅਸੀਂ ਸਾਰੇ ਕਰਾਂਗੇ। 3 ਰੁਪਏ ਯੂਨਿਟ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਹੈਗਾ। ਤਾਂ ਕਹਿੰਦੇ ਕਿ ਸਾਰੇ ਹੀ ਜਿਹੜੇ ਵਿਧਾਇਕ ਹੈਗੇ ਨੇ ਉਹਨਾਂ ਨੇ ਯੂਨੈਨਿਮਸਲੀ ਇਹ ਮੁੱਦਾ ਜਿਹੜਾ ਹੈਗਾ ਅੱਜ ਦੀ ਇਸ ਮੀਟਿੰਗ ਦੇ ਵਿੱਚ ਰੱਖਿਆ ਹੈ। ਔਰ ਅਸ਼ਵਨੀ ਸੇਖੜੀ ਜਿਹੜੇ ਨੇ ਉਹ ਇਸ ਵੇਲੇ ਬਾਹਰ ਆਏ ਨੇ ਔਰ ਨਾਲ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਵਨ ਗੋਇਲ ਹੋਣੀ ਜਿਹੜੇ ਨੇ ਉਹ ਵੀ ਮੌਜੂਦ ਨੇ। ਪਵਨ ਗੋਇਲ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ, ਉਹ ਵੀ ਬਾਹਰ ਆ ਰਹੇ ਨੇ ਔਰ ਬਾਕੀ ਵਿਧਾਇਕ ਵੀ ਜਿਹੜੇ ਨੇ ਉਹ ਹੌਲੀ-ਹੌਲੀ ਹੁਣ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ। ਤਾਂ ਖਾਸ ਤੌਰ ਦੇ ਉੱਤੇ ਜਿਹੜਾ ਮੁੱਦਾ ਬਿਜਲੀ ਦਾ ਇਸ ਵੇਲੇ ਗਰਮਾਇਆ ਹੋਇਆ ਉਸ ਨੂੰ ਲੈ ਕੇ ਹੀ ਸਵਾਲ ਜਿਹੜੇ ਨੇ ਉਹ ਅੰਦਰ ਵੀ ਖੜੇ ਹੋ ਰਹੇ ਨੇ, ਉਸ ਨੂੰ ਵੀ ਲੈ ਕੇ ਜਿਹੜੀ ਹੈਗੀਆਂ ਉਹ ਚਰਚਾਵਾਂ ਹੋ ਰਹੀਆਂ ਨੇ ਕਿ ਕਿਵੇਂ 3 ਰੁਪਏ ਯੂਨਿਟ ਜਿਹੜੀ ਹੈਗੀ ਆ ਉਹ ਮੁਹੱਈਆ ਕਰਵਾਈ ਜਾਵੇ। ਤਾਂ ਉਸ ਨੂੰ ਲੈ ਕੇ ਹੋ ਸਕਦਾ ਕਿ ਵਿਧਾਨ ਸਭਾ ਦੇ ਵਿੱਚ ਵੀ ਮਤਾ ਜਿਹੜਾ ਹੈਗਾ ਉਹ ਲੈ ਕੇ ਆਉਂਦਾ ਜਾ ਸਕੇ। ਤਾਂ ਲਗਾਤਾਰ ਮੀਟਿੰਗ ਤੋਂ ਬਾਅਦ ਇਹ ਵਿਧਾਇਕ ਜਿਹੜੇ ਨੇ ਹੁਣ ਬਾਹਰ ਆਉਣਾ ਸ਼ੁਰੂ ਹੋ ਚੁੱਕੇ ਨੇ। ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੁਣ ਰਵਾਨਾ ਹੁੰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਅੱਜ ਖਾਸ ਤੌਰ ਦੇ ਉੱਤੇ ਇਹ ਮੀਟਿੰਗ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਰੱਖੀ ਗਈ ਸੀ। ਤਾਂ ਮਿਊਨਿਸਪਲ ਕਾਰਪੋਰੇਸ਼ਨ ਦੇ ਵਾਸਤੇ ਜਿਹੜੀ ਸੀਗੀ ਇਹ ਬੈਠਕ ਬੁਲਾਈ ਗਈ ਸੀਗੀ। ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਇਸ ਵੇਲੇ ਰਵਾਨਾ ਹੋ ਰਹੇ ਨੇ। ਤਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚਰਚਾ ਜਿਹੜੀ ਹੈਗੀ ਉਹ ਕੀਤੀ ਗਈ ਹੈ ਔਰ ਇਸ ਦੇ ਨਾਲ ਬਿਜਲੀ ਦੇ ਮੁੱਦਿਆਂ ਨੂੰ ਲੈ ਕੇ
ਵਿਧਾਨ ਸਭਾ ਦੇ ਵਿੱਚ ਜੋ ਸਮਝੌਤੇ ਰੱਦ ਕਰਨੇ ਨੇ ਔਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਵੀ ਜੋ ਮਤਾ ਪਾਸ ਕਰਵਾਉਣਾ ਉਸ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਹੁਣ ਚਰਚਾ ਜਿਹੜੀ ਹੈਗੀ ਆ ਉਹ ਵਿਧਾਇਕਾਂ ਦੇ ਨਾਲ ਸ਼ੁਰੂ ਕਰ ਦਿੱਤੀ ਹੈ। ਤਾਂ ਦੇਖਣਾ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਕਿਸ ਤਰੀਕੇ ਦੇ ਨਾਲ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਗਤੀਵਿਧੀਆਂ ਜਿਹੜੀਆਂ ਨੇ ਉਹ ਦਿਖਾਉਂਦੇ ਨੇ ਔਰ ਕੀ ਮਸਲੇ ਦੇ ਹੱਲ ਜਿਹੜਾ ਹੈਗਾ ਉਹ ਨਿਕਲ ਕੇ ਸਾਹਮਣੇ ਆਊਗਾ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ ਟੀਵੀ ਪੰਜਾਬ ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।